प्रेज द लॉर्ड। साਰਿਆਂ ਨੂੰ ਜੈ ਮਸੀਹ ਕੀ ਹਾਲੇਲੂਇਆ। ਸੋ ਅੱਜ ਆਪਾਂ ਗੱਲ ਕਰਾਂਗੇ ਦ ਅਨਫੋਲਡਿੰਗ ਆਫ ਦ ਵਰਡ, ਮਤਲਬ ਕਿ ਪਰਮੇਸ਼ਰ ਦੇ ਵਚਨ ਦੇ ਪ੍ਰਕਾਸ਼ ਦੇ ਵਿੱਚ ਆਉਣਾ। ਕਿ ਜਿੱਦਾਂ ਕਿ ਪਰਮੇਸ਼ਰ ਦੇ ਵਚਨ ਉੱਤੇ ਜਿੱਦਾਂ ਕਿ ਕੋਈ ਕਵਰਿੰਗ ਹੋਵੇ, ਜਦੋਂ ਉਸ ਕਵਰਿੰਗ ਨੂੰ ਹਟਾਇਆ ਜਾਂਦਾ ਆ ਆਪਾਂ ਪ੍ਰਕਾਸ਼ ਪਾਉਂਦੇ ਹਾਂ। ਓਕੇ, ਤਾਂ ਸੋ ਇਸ ਵਚਨ ਦੇ ਵਿੱਚ ਲਿਖਿਆ ਦ ਅਨਫੋਲਡਿੰਗ ਆਫ ਦ ਵਰਡ, ਜਿੱਦਾਂ ਕਿ ਉਸ ਵਰਡ ਦੇ ਉੱਤੇ, ਉਸ ਵਚਨ ਦੇ ਉੱਤੇ ਜਿੱਦਾਂ ਕੋਈ ਕਵਰਿੰਗ ਸੀਗੀ, ਕੋਈ ਚੱਦਰ ਸੀਗੀ ਔਰ ਉਹਨੂੰ ਹਟਾਇਆ ਗਿਆ ਤਾਂ ਉਹ ਅਨਕਵਰ ਹੋ ਗਿਆ। ਹਾਲੇਲੂਇਆ, ਉਹ ਅਨਫੋਲਡ ਹੋ ਗਿਆ। ਪ੍ਰੇਜ਼ ਦ ਲਾਰਡ। ਤਾਂ ਸੋ ਅੱਜ ਆਪਾਂ ਉਸ ਬਾਰੇ ਗੱਲ ਕਰਾਂਗੇ। ਹਾਲੇਲੂਇਆ। ਸੋ ਇਹਨੂੰ ਆਪਾਂ ਜਾ ਕੇ ਦੇਖਦੇ ਹਾਂ ਜ਼ਬੂਰਾਂ ਦੀ ਪੁਸਤਕ ਦੇ ਵਿੱਚ ਭਜਨ ਸੰਹਿਤਾ 119 ਦੀ 130 ਦੇ ਵਿੱਚ ਆਪਾਂ ਦੇਖਦੇ ਹਾਂ, तेरी बातों के खुलने से प्रकाश होता है, उससे भोले लोग समझ प्राप्त करते हैं। सो इंग्लिश दी बाइबल दे विच लिखिया द अनफोल्डिंग ऑफ ताई वर्ड गिवeth लाइट, मतलब कि जदों परमेश्वर दा वचन अनफोल्ड हुंदा आ, कोई कवरिंग हटाई जाती है तो विचों की निकलदा प्रकाश, लाइट। हालेलुया। सो और जिहड़ा शब्द आ ਹੀਬਰੂ ਭਾਸ਼ਾ ਦੇ ਵਿੱਚ, ਓਰੀਜਨਲ ਬਾਈਬਲ ਦੇ ਵਿੱਚ ਹੀਬਰੂ ਭਾਸ਼ਾ ਦੇ ਵਿੱਚ ਲਾਈਟ ਦਾ ਮਤਲਬ ਜਿਹੜਾ ਆ ਉਹ ਹੈਗਾ ਟੂ ਬੀ ਲੂਮੀਨਸ, ਬ੍ਰੇਕ ਆਫ ਅ ਡੇ, ਜਿੱਦਾਂ ਕਿ ਹਨੇਰਾ ਆ ਔਰ ਹਨੇਰੇ ਤੋਂ ਬਾਅਦ ਸੂਰਜ ਨਿਕਲਦਾ ਆ ਔਰ ਉਹ ਕੀ ਹੁੰਦਾ, ਦਿਨ ਫੁੱਟਦਾ ਆ, ਹੈ ਨਾ। ਤੇ ਸੋ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਪਰਮੇਸ਼ਰ ਦਾ ਵਚਨ ਜਦੋਂ ਪ੍ਰਕਾਸ਼ ਦੇ ਨਾਲ ਆਉਂਦਾ ਉਹ ਇੱਦਾਂ ਹੈ ਕਿ ਹਨੇਰੇ ਦੇ ਵਿੱਚ ਜਿੱਦਾਂ ਦਿਨ ਫੁੱਟ ਗਿਆ ਹੋਵੇ। ਔਰ ਦੈਨ ਲਿਖਿਆ ਕਿ ਸ਼ਾਈਨਿੰਗ ਆਉਂਦੀ ਆ ਉਸ ਲਾਈਟ ਦੇ ਨਾਲ, ਉਸ ਪ੍ਰਕਾਸ਼ ਦੇ ਨਾਲ। ਕਿਸ ਚੀਜ਼ ਉੱਤੇ ਸ਼ਾਂਤੀ? ਸਾਡੀ ਜ਼ਿੰਦਗੀ ਦੇ ਉੱਤੇ ਸ਼ਾਂਤੀ। ਫਿਰ ਲਿਖਿਆ ਫਾਇਰ ਆਉਂਦੀ ਆ। ਹਾਲੇਲੂਇਆ। ਕਾਹਦੇ ਨਾਲ? ਦੇ ਅਨਫੋਲਡਿੰਗ ਆਫ ਦ ਵਰਡ, ਪਰਮੇਸ਼ਰ ਦੇ ਵਚਨ ਤੋਂ ਜਦੋਂ ਕਵਰਿੰਗ ਉੱਠਦੀ ਆ, ਉਹ ਕਵਰਿੰਗ ਕਾਹਦੀ ਆ? ਜਦ ਅਸੀਂ ਵਚਨ ਨੂੰ ਸਮਝ ਨਹੀਂ ਪਾਉਂਦੇ, ਅਸੀਂ ਉੱਪਰ ਵਚਨ ਪੜ੍ਹ ਲੈਂਦੇ ਹਾਂ, ਸਾਡੇ ਦਿਮਾਗਾਂ ਉੱਤੇ, ਪ੍ਰਕਾਸ਼ ਉੱਤੇ ਕੀ ਰਹਿੰਦੀ? ਕਵਰਿੰਗ ਰਹਿੰਦੀ ਹੈ। ਪਰ ਉਸ ਕਵਰਿੰਗ ਨੂੰ ਕੌਣ ਹਟਾਉਂਦਾ? ਪਵਿੱਤਰ ਆਤਮਾ। क्योंकि बाइबल ਦੇ ਵਿੱਚ ਲਿਖਿਆ कि पवित्र आत्मा सहायक है, वो जब आएगा वो तुमको सब बातें बताएगा, वचन में से तुम्हें सिखाएगा, क्योंकि वो टीचर आ। हालेलुया। तो सो पवित्र आत्मा की सहायता ਦੇ ਨਾਲ ਜਦ ਅਸੀਂ ਵਚਨ ਪੜਾਂਗੇ ਤਾਂ ਉਹ ਵਚਨ ਅਨਫੋਲਡ ਹੋਏਗਾ। ਹਾਲੇਲੂਇਆ। ਦੈਨ ਆਪਾਂ ਜਾ ਕੇ ਪੜ੍ਹਦੇ ਹਾਂ ਮਰਕੁਸ 4 ਉਹਦੀ 10 ਤੋਂ 12। ਇਸ ਅਧਿਆਇ ਦੇ ਵਿੱਚ ਯਿਸੂ ਮਸੀਹ ਨੇ ਇੱਕ ਬੋਣ ਵਾਲੇ ਦੇ ਵਿਸ਼ੇ ਦੇ ਵਿੱਚ ਇੱਕ ਦ੍ਰਿਸ਼ਟਾਂਤ ਬੋਲਿਆ ਸੀਗਾ। ਤਾਂ ਉਸ ਤੋਂ ਬਾਅਦ 10 ਆਇਤ ਦੇ ਵਿੱਚ ਅਗਰ ਤੁਸੀਂ ਚਾਹੋ ਤਾਂ ਇਸ ਪੂਰੇ ਚੈਪਟਰ ਨੂੰ ਪੜ੍ਹ ਸਕਦੇ ਹਾਂ ਬੈਟਰ ਸਮਝਣ ਦੇ ਲਈ। ਤਾਂ ਦੈਨ 10 आयत ਦੇ ਵਿੱਚ ਲਿਖਿਆ, जब वह अकेला रह गया तो उसके साथियों ने उन 12 समेत उससे इन दृष्टांतों के विषय में पूछा। उसने उनसे कहा, तुमको तो परमेश्वर के राज्य के भेद की समझ दी गई है, परंतु बाहर वालों के लिए सब बातें दृष्टांतों में होती हैं। हालेलुया। तो सो अगर आप अपने आप को सवाल करिए कि मैं समझ सकदा परमेश्वर के भेद नूं, कि मैं इस भेद नूं लै सकदा, कि जब मैं बाइबल पढ़ूंगा तो इस वचन नूं मैं अनफोल्ड कर सकदा। तो बाइबल कहंदी आ कि तुमको परमेश्वर के राज्य के भेद की समझ दी गई है। हालेलुया। सो साडे को ऑलरेडी ये समझ हैगी आ, अंडरस्टैंडिंग हैगी आ, इनू अप्लाई करना पैना सानू। हालेलुया। लिखा, परंतु बाहर वालों के लिए सब बातें दृष्टांतों में होती हैं। हालेलुया। ਅੱਗੇ ਕੀ ਲਿਖਿਆ, इसलिए कि इदा कातों हुंदा, परमेश्वर ने यह भी दसिया, इसलिए कि वह देखते हुए देखें और उन्हें समझ ना पड़े, और सुनते हुए सुने भी और ना समझे, ऐसा ना हो कि वह फिरें और क्षमा किए जाएं। इट मीनस कि परमेश्वर का जिहड़ा वचन आ ਜਦੋਂ ਕਿਸੇ ਬੰਦੇ ਨੂੰ ਸਮਝ ਆਉਂਦਾ ਆ ਉਹ ਆਪਣਾ ਮਨ ਫਿਰਾਉਂਦੇ ਆ। ਇਟ ਮੀਨਸ ਕਿ ਜਿਹੜੇ ਲੋਕ ਮਨ ਨਹੀਂ ਫਿਰਾਉਂਦੇ, ਜਿਹੜੇ ਲੋਕ ਹਜੇ ਵੀ ਪਾਪ ਦੇ ਵਿੱਚ ਐਕਚੁਅਲੀ ਕ੍ਰਿਸਚਨ ਹੋਣ ਦੇ ਬਾਵਜੂਦ ਵੀ, ਇਟ ਮੀਨਸ ਕਿ ਉਹਨਾਂ ਨੂੰ ਹਜੇ ਤੱਕ ਪਰਮੇਸ਼ਰ ਦੇ ਵਚਨ ਦੀ ਅਨਫੋਲਡਿੰਗ ਹੀ ਨਹੀਂ ਪਤਾ, ਪਰਮੇਸ਼ਰ ਦੇ ਵਚਨ ਦਾ ਪ੍ਰਕਾਸ਼ ਹੀ ਉਹਨਾਂ ਦੇ ਕੋਲ ਹੈਗਾ, ਉਹਨਾਂ ਨੂੰ ਸਮਝ ਨਹੀਂ ਆਇਆ ਹੈ ਤੱਕ ਵਚਨ, ਇਸੇ ਲਈ ਉਹ ਆਪਣਾ ਮਨ ਨਹੀਂ ਫਿਰਾਉਂਦੇ ਸੀ ਔਰ ਇਸ ਲਈ ਉਹ क्षमा ਵੀ ਨਹੀਂ ਹੋਏ ਸੀ ਹਜੇ। ਹਾਲੇਲੂਇਆ।
ਦੈਨ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਮੱਤੀ ਦੀ ਪੁਸਤਕ ਉਹਦੀ 6:22 ਦੇ ਵਿੱਚ ਕੀ ਲਿਖਿਆ ਕਿ ਅਸੀਂ ਇਸ ਪ੍ਰਕਾਸ਼ ਨੂੰ ਕਿੱਦਾਂ ਪਾ ਸਕਦੇ ਹਾਂ, ਕਿੱਦਾਂ ਅਸੀਂ ਸੱਚਮੁੱਚ ਇਹ ਕਹਿ ਸਕਦੇ ਹਾਂ ਕਿ ਹਾਂ ਜਦੋਂ ਮੈਂ ਵੀ ਵਚਨ ਪੜ੍ਹਦਾ ਹਾਂ ਤੇ ਮੈਂ ਇਸ ਵਚਨ ਨੂੰ ਅਨਫੋਲਡ ਕਰ ਸਕਦਾ ਹਾਂ, ਇਸ ਵਚਨ ਨੂੰ ਮੈਂ ਅਨਫੋਲਡ ਕਰਕੇ ਵਿੱਚੋਂ ਲਾਈਟ ਲੈ ਸਕਦਾ ਹਾਂ, ਵਿੱਚੋਂ ਪ੍ਰਕਾਸ਼ ਲੈ ਸਕਦਾ। ਮੈਂ ਉੱਪਰ ਨਹੀਂ ਪੜ੍ਹਦਾ, ਹਾਲੇਲੂਇਆ, ਮੈਂ ਡੀਪ ਖੋਦ ਕੇ ਪੜ੍ਹਦਾ ਹਾਂ ਵਚਨ ਨੂੰ। ਤਾਂ ਉਸ ਤਰੀਕੇ ਦੇ ਨਾਲ ਪੜ੍ਹਨ ਦੇ ਲਈ, ਉਸ ਤਰੀਕੇ ਨਾਲ ਵਚਨ ਨੂੰ ਅਨਫੋਲਡ ਕਰਨ ਦੇ ਲਈ, ਲਾਈਟ ਲੈਣ ਦੇ ਲਈ ਕੀ ਕਰਨਾ ਪੈਣਾ, ਇਸ ਨੂੰ ਆਪਾਂ ਦੇਖਦੇ ਹਾਂ ਮਤੀ 6:22 ਦੇ ਵਿੱਚ। शरीर का दिया आँख है, इसलिए यदि तेरी आँख निर्मल हो तो तेरा शरीर, तो तेरा सारा शरीर भी उजाला होगा। हालेलुया। परंतु यदि तेरी आँख बुरी हो तो तेरा सारा शरीर भी अंधियारा होगा। इस कारण वह उजाला जो तुम में है यदि अंधकार हो तो वह अंधकार कैसा बड़ा होगा। प्रेज द लॉर्ड। ਆਪਾਂ 22 ਆਇਤ ਨੂੰ ਦੇਖਦੇ ਹਾਂ ਤਾਂ ਲਿਖਿਆ शरीर का दिया आँख है। हालेलुया। इट मीन्स कि ਪਰਮੇਸ਼ਰ ਦੇ ਵਚਨ ਦਾ ਪ੍ਰਕਾਸ਼ ਲੈਣ ਵਾਸਤੇ ਸਾਨੂੰ ਸਾਡੀਆਂ ਅੱਖਾਂ ਜਿਹੜੀਆਂ ਆ, ਸਾਡਾ ਜਿਹੜਾ ਵਿਜ਼ਨ ਆ, ਸਾਡਾ ਜਿਹੜਾ ਚੀਜ਼ਾਂ ਨੂੰ ਦੇਖਣ ਦਾ, ਲੋਕਾਂ ਨੂੰ ਦੇਖਣ ਦਾ ਨਜ਼ਰੀਆ, ਪਰਮੇਸ਼ਰ ਦੇ ਵਚਨ ਨੂੰ ਦੇਖਣ ਦਾ ਨਜ਼ਰੀਆ, ਪਰਮੇਸ਼ਰ ਨੂੰ ਦੇਖਣ ਦਾ ਨਜ਼ਰੀਆ, ਉਹ ਚੇਂਜ ਕਰਨਾ ਪੈਣਾ ਆ, ਉਹ ਲਾਈਟ ਵਾਲਾ ਬਣਾਉਣਾ ਪੈਣਾ ਆ, ਪਰਮੇਸ਼ਰ ਦੇ ਵਚਨ ਦੇ ਅਕੋਰਡਿੰਗ ਬਣਾਉਣਾ ਪੈਣਾ ਆ, ਪਰਮੇਸ਼ਰ ਦੇ ਪ੍ਰਿੰਸੀਪਲਸ ਦੇ ਅਕੋਰਡਿੰਗ ਬਣਾਉਣਾ ਪੈਣਾ ਆ। ਅਸੀਂ ਆਪਣੀ ਸੋਚ ਨੂੰ ਰੱਖ ਕੇ ਪਰਮੇਸ਼ਰ ਦੀ ਲਾਈਟ ਨੂੰ ਨਹੀਂ ਲੈ ਸਕਦੇ, ਕਿਉਂਕਿ ਲਿਖਿਆ ਸ਼ਰੀਰ ਕਾ ਦੀਆਂ ਆँख ਹੈ। ਤੁਹਾਨੂੰ ਪੂਰੇ ਸਰੀਰ ਦੇ ਵਿੱਚ, ਪੂਰੀ ਜ਼ਿੰਦਗੀ ਦੇ ਵਿੱਚ, ਤੁਹਾਨੂੰ ਹਰ ਇੱਕ ਪਹਿਲੂ ਦੇ ਵਿੱਚ, ਫਾਈਨੈਂਸ ਦੇ ਵਿੱਚ, ਮੈਰਿਜ ਦੇ ਵਿੱਚ, ਜ਼ਿੰਦਗੀ ਦੇ ਵਿੱਚ, ਸਿਹਤ ਦੇ ਵਿੱਚ, ਹਰ ਹਿੱਸੇ ਵਿੱਚ ਪ੍ਰਭੂ ਦੀ ਲਾਈਟ ਚਾਹੀਦੀ, ਪ੍ਰਭੂ ਦੀ ਬਰਕਤ ਚਾਹੀਦੀ, ਪ੍ਰਭੂ ਦੀ ਸ਼ਾਈਨਿੰਗ ਔਰ ਫਾਇਰ ਚਾਹੀਦੀ ਆ। ਤਾਂ ਬਾਈਬਲ ਕਹਿੰਦੀ ਤੈਨੂੰ ਆਪਣੀ ਅੱਖ ਚੇਂਜ ਕਰਨੀ ਪੈਣੀ ਆ, ਮਤਲਬ ਕਿ ਤੈਨੂੰ ਦੇਖਣ ਦਾ ਨਜ਼ਰੀਆ ਚੇਂਜ ਕਰਨਾ ਪੈਣਾ ਪਰਮੇਸ਼ਰ ਦੇ ਵਚਨ ਨੂੰ। ਹਾਲੇਲੂਇਆ। और लिखा है इसलिए यदि तेरी आँख निर्मल हो, मतलब कि प्योर होगी, परमेश्वर ਦੇ ਵਚਨ ਨੂੰ ਦੇਖਣ ਦੇ ਲਈ ਔਰ ਗ੍ਰਹਿਣ ਕਰਨ ਦੇ ਲਈ, ਫੋਲੋ ਕਰਨ ਦੇ ਲਈ ਤੂੰ ਪਿਓਰ ਹੋਊਗਾ। ਤਾਂ ਲਿਖਿਆ ਤੋ ਤੇਰਾ ਸਾਰਾ ਸਰੀਰ ਵੀ ਉਜਾਲਾ ਹੋਗਾ। ਸਾਰਾ ਸਰੀਰ ਮਤਲਬ ਤੇਰੀ ਜ਼ਿੰਦਗੀ ਦੇ ਸਾਰੇ ਹਿੱਸੇ ਜਿਹੜੇ ਹੋਣਗੇ ਉਹ ਪ੍ਰਕਾਸ਼ਿਤ ਹੋਣਗੇ। ਹਾਲੇਲੂਇਆ। ਕੋਈ ਵੀ ਇਹੋ ਜਿਹਾ ਅੰਗ ਜਾਂ ਸਰੀਰ ਨਹੀਂ ਹੋਊਗਾ ਜਿਹੜਾ ਕਿ ਬਿਨਾਂ ਪ੍ਰਕਾਸ਼ ਤੋਂ ਅੰਧੇਰੇ ਦੇ ਵਿੱਚ ਹੋਏਗਾ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਦੈਨ ਆਪਾਂ ਜਾ ਕੇ ਦੇਖਦੇ ਹਾਂ ਮੱਤੀ 13:15 ਦੇ ਵਿੱਚ। ਇਸ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਇਹ ਵੀ ਦੱਸ ਰਿਹਾ ਕਿ ਵਚਨ ਦਾ ਪ੍ਰਕਾਸ਼ ਹੋਣ ਦੇ ਨਾਲ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਅਨਫੋਲਡ ਕਰਕੇ ਪੜ੍ਹਦੇ ਹਾਂ, ਲਾਈਟ ਲੈਂਦੇ ਹਾਂ, ਤਾਂ ਹੀਲਿੰਗ ਵੀ ਅਸੀਂ ਜਲਦੀ ਗ੍ਰਹਿਣ ਕਰਦੇ ਹਾਂ। ਹਾਲੇਲੂਇਆ। ਵਚਨ ਹੀਲਿੰਗ ਵੀ ਲੈ ਕੇ ਆਉਂਦਾ ਆ। ਹਾਲੇਲੂਇਆ। ਦੱਸੋ ਕਿੰਨਾ ਜ਼ਰੂਰੀ ਹੈ ਸਾਨੂੰ ਵਚਨ ਨੂੰ ਅਨਫੋਲਡ ਕਰਕੇ ਪੜ੍ਹਨ ਦੀ। ਹਾਲੇਲੂਇਆ। ਕੀ ਤੁਸੀਂ ਇੱਕ ਬਨਾਨਾ ਬਿਨਾਂ ਛਿਲਕਾ ਉਤਾਰੇ ਖਾ ਸਕਦੇ ਆ? ਨਹੀਂ, ਕਿਉਂਕਿ ਉਹਦਾ ਛਿਲਕਾ ਉਤਾਰਨਾ ਪੈਂਦਾ ਆ। ਮੋਸਟਲੀ ਜਿਹੜੇ ਫਰੂਟਸ ਹੁੰਦੇ ਨੇ, ਛਿਲਕੇ ਉਤਾਰ ਕੇ ਆਪਾਂ ਵਿੱਚੋਂ ਫਰੂਟ ਖਾਂਦੇ ਉਹਦਾ। ਉਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਵੀ ਅਸੀਂ ਅਨਫੋਲਡ ਕਰਕੇ ਪ੍ਰਕਾਸ਼ ਵਾਲਾ ਵਚਨ ਖਾਣਾ ਆ। ਹਾਲੇਲੂਇਆ। ਉਹ ਲਾਈਟ ਲੈਣੀ ਆ। ਅੱਜ ਲੋਕ ਕਿਉਂ ਹੀਲ ਨਹੀਂ ਹੁੰਦੇ? ਚਰਚ ਵਿੱਚ ਵੀ ਜਾਂਦੇ ਲੋਕ ਕਿਉਂ ਹੀਲ ਨਹੀਂ ਸੀ ਹੁੰਦੇ? ਕਿਉਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਲੋਕ ਮਰੇ ਹੋਏ ਸੀ? ਕਿਉਂ ਲੋਕ ਅੰਧਿਆਰੇ ਦੇ ਵਿੱਚ ਸੀ? ਇਸ ਵਚਨ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਵਚਨ ਕਹਿੰਦਾ ਕਿ ਹੀਲਿੰਗ ਤੁਹਾਡੇ ਅੰਦਰ ਐਂਟਰ ਕਰੂਗੀ ਜਦ ਤੁਸੀਂ ਵਚਨ ਨੂੰ ਸਮਝੋਗੇ। लिखा कि जेड़े लोग नहीं हील होंगे सी वो क्यों? लिखा क्योंकि इन लोगों का मन मोटा हो गया है और वह कानों से ऊंचा सुनते हैं। मतलब कि जिन्नी मर्जी उन्होंने वचन दसी जाओ पर वो समझते नहीं सीगे, क्योंकि वो समझना नहीं सी चाहते, पाप नहीं सी छड्डना चाहते। लिखा उनके मन मोटे हो गए हैं, उन्होंने मन पिघलते नहीं सी, प्रभु के सामने रिपेंट नहीं सी करते। कानों से ऊंचा सुनते हैं, मतलब कि किन्नी बार प्रभु ने उन्होंने डांटिया पर मुड़ते नहीं से अपने कम्मा तो। लिखा और उन्होंने अपनी आंखें मूंद ली है, मतलब कि बंद कर ली जानबूझ के, ताकि वो रियलिटी ना देख सकन। कहीं ऐसा ना हो कि वह आंखों से देखें और कानों से सुने और मन से समझें और फिर जाएं और मैं उन्हें चंगा करूं। हालेलुया। दसो की सीक्रेट आ चंगा होने दे लई और जल्दी रिकवरी करने दे लई अपनी जिंदगी के हिस्सियां दे विच? अपनी आंखों से देखना।
ਤਾਂ ਸੋ ਪਰਮੇਸ਼ਵਰ ਦੇ ਵਚਨ ਪ੍ਰਕਾਸ਼ ਜੋ ਅੱਜ ਕੱਲ੍ਹ ਦਾ ਮਾਹੌਲ ਚੱਲ ਰਿਹਾ ਉਹਨੂੰ ਦੇਖ ਕੇ ਅੱਖਾਂ ਮੂੰਦਣੀਆਂ ਨਹੀਂ ਆ। ਰਿਐਲਿਟੀ ਨੂੰ ਦੇਖਣਾ ਹੈ ਕਿ ਹਾਂ ਮੈਨੂੰ ਰਿਪੈਂਟ ਕਰਨ ਦੀ ਜ਼ਰੂਰਤ ਹੈ ਤੇ ਰਿਪੈਂਟ ਕਰਨਾ। ਲਿਖਿਆ ਆਂਖੋਂ ਸੇ ਦੇਖਣਾ, ਕਾਹਦੇ ਨਾਲ, ਜਿੱਦਾਂ ਆਪਾਂ ਮਤੀ 6 ਦੇ ਵਿੱਚ ਦੇਖਿਆ ਸੀ ਕਿ ਪ੍ਰਕਾਸ਼ ਵਾਲੀਆਂ ਅੱਖਾਂ ਦੇ ਨਾਲ ਦੇਖਣਾ। ਕਾਨੋਂ ਸੇ ਸੁਨੇ, ਮਤਲਬ ਕੰਨਾਂ ਦੇ ਨਾਲ ਸੁਣਨਾ ਪ੍ਰਭੂ ਦੇ ਵਚਨ ਨੂੰ, ਜੋ ਕਹਿ ਰਿਹਾ, ਜੋ ਸਮਝਾ ਰਿਹਾ, ਕਿਉਂਕਿ ਸਾਡੇ ਭਲੇ ਦੇ ਲਈ ਆ। ਹਾਲੇਲੂਇਆ। ਬਾਈਬਲ ਕਹਿੰਦੀ ਚੱਕ ਕੇ ਦੇਖੋ ਯਹੋਵਾ कैसा भला परमेश्वर है। हालेलुया। और लिखा कानों से सुने और मन से समझे। हालेलुया। सिर्फ ਕੰਨਾਂ ਦੇ ਨਾਲ ਸੁਣਨਾ ਕਾਫੀ ਨਹੀਂ ਹੈ, ਬਲਕਿ ਹਿਰਦੇ ਦੇ ਵਿੱਚ ਉਸ ਵਚਨ ਨੂੰ ਰੱਖਣਾ ਵੀ ਆ, ਤਾਂ ਕਿ ਜਦ ਅਸੀਂ ਇਕੱਲੇ ਹੋਈਏ ਤਾਂ ਸਾਨੂੰ ਵਚਨ ਯਾਦ ਰਵੇ ਕਿ ਅਸੀਂ ਕਿੱਦਾਂ ਬਿਹੇਵ ਕਰਨਾ ਆ। ਹਾਲੇਲੂਇਆ। और लिखा मन से समझे और फिर जाएं, मतलब कि रिपेंट करना। रिपेंट करन ਦਾ ਸ਼ਬਦ ਜਿਹੜਾ ਹੈਗਾ ਆ ਉਹ ਟੂ ਚੇਂਜ योर थिंकिंग, है ना। मतलब कि जे कोई बंदा चोरी करता उन्हें अपनी थिंकिंग चेंज करनी है कि अज तो बाद मैं चोरी नहीं करूँगा, उन्होंने कहते हैं मन फिरा लिया, मतलब कि रिपेंट कर लिया। और लिखिया ਉਹਦਾ कॉन्सिक्वेंसिस की होएगा, उसका असर की होएगा जब तुसी देखोगे, सुनोगे, समझोगे और मन फिराओगे, ਉਹਦਾ रिजल्ट की होएगा और मैं उन्हें चंगा करूँ, मतलब कि दैन तुसी हीलिंग जल्दी ग्रहण करते हैं। हालेलुया। वचन ਦੇ ਅਨਫੋਲਡਿੰਗ ਦੇ ਨਾਲ। ਪ੍ਰੇਜ਼ ਦ ਲਾਰਡ। ਦੈਨ ਆਪਾਂ ਜਾ ਕੇ ਦੇਖਦੇ ਹਾਂ ਮਤੀ 5 ਦੇ ਵਿੱਚ। ਬਾਈਬਲ ਕਹਿੰਦੀ ਆ ਕਿ ਜਦੋਂ ਅਸੀਂ ਵਚਨ ਨੂੰ ਗ੍ਰਹਿਣ ਕਰਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੇ ਵਚਨ ਉੱਤੇ ਚੱਲਦੇ ਹਾਂ, ਤਾਂ ਮਤੀ 5 ਉਹਦੀ 14 ਤੇ 15 ਦੇ ਵਿੱਚ ਲਿਖਿਆ ਤੁਮ ਜਗਤ की ज्योति हो, जो नगर पहाड़ पर बसा हुआ है वह छिप नहीं सकता, और लोग दिया जलाकर पैमाने के नीचे नहीं परंतु दीवट पर रखते हैं, तब उससे घर के सब लोगों को प्रकाश पहुंचता है। हालेलुया। परमेश्वर ਤੁਹਾਡੀ ਲਾਈਫ ਨੂੰ ਇੰਨਾ ਬਲੈਸ ਕਰੇਗਾ ਕਿ ਤੁਹਾਡੀ ਜ਼ਿੰਦਗੀ ਤੋਂ ਲੋਕਾਂ ਨੂੰ ਵੀ ਪ੍ਰਕਾਸ਼ ਮਿਲੇਗਾ, ਲੋਕਾਂ ਦੀਆਂ ਵੀ ਜ਼ਿੰਦਗੀਆਂ ਸਵਰਨਗੀਆਂ ਤੁਹਾਡੀ ਜ਼ਿੰਦਗੀ ਦੇ ਕਰੈਕਟਰ ਔਰ ਬਲੈਸਿੰਗਸ ਔਰ ਗਵਾਹੀਆਂ ਨੂੰ ਦੇਖ ਕੇ। ਹਾਲੇਲੂਇਆ। ਪਰ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਅਨਫੋਲਡ ਕਰਕੇ ਲਾਈਟ ਲੈਂਦੇ ਹਾਂ, ਪਰਮੇਸ਼ਰ ਦੇ ਵਚਨ ਦਾ ਪ੍ਰਕਾਸ਼ ਲੈਂਦੇ ਹਾਂ, ਉਹ ਲਾਈਟ ਸਾਡੀ ਜ਼ਿੰਦਗੀ ਦੇ ਅੰਦਰ ਸਮਾ ਜਾਂਦੀ ਆ, ਉਹ ਪ੍ਰਕਾਸ਼ ਸਮਾ ਜਾਂਦਾ ਆ, ਤਾਂ ਅਸੀਂ ਕੀ ਹੋ ਜਾਂਦੇ ਹਾਂ, ਅਸੀਂ ਜਗਤ ਦੀ ਜੋਤੀ ਹੋ ਜਾਂਦੇ ਹਾਂ। ਅਸੀਂ ਅੰਧੇਰੇ ਵਿੱਚ ਨਹੀਂ ਚੱਲਦੇ ਤਾਂ ਨਾ ਹੀ ਕਿਸੇ ਹੋਰ ਨੂੰ ਅੰਧੇਰੇ ਦੇ ਵਿੱਚ ਰਹਿਣ ਦਿੰਦੇ ਹਾਂ। ਹਾਲੇਲੂਇਆ। ਤਾਂ ਲਿਖਿਆ ਜੋ ਨਗਰ ਪਹਾੜ ਪਰ ਬਸਾ ਹੁਆ ਹੋ ਵਹ ਛਿਪ ਨਹੀਂ ਸਕਦਾ। ਹਾਲੇਲੂਇਆ। ਤੁਸੀਂ ਇੱਕ ਇਹੋ ਜਿਹੇ ਨਗਰ ਦੇ ਸਮਾਨ ਬਣ ਜਾਓਗੇ ਜਿਹੜਾ ਕਿ ਪਹਾੜ ਦੇ ਉੱਤੇ ਸੈੱਟ ਕੀਤਾ ਗਿਆ ਆ, ਉਹ ਛਿਪ ਨਹੀਂ ਸਕਦਾ। ਹਾਲੇਲੂਇਆ। ਅਗਰ ਇੱਕ ਮਾਊਂਟੇਨ ਆ ਵੱਡਾ ਸਾਰਾ, ਤੁਸੀਂ ਕਿੰਨੀ ਵੀ ਦੂਰ ਉਹਨੂੰ ਦੇਖ ਲਓ, ਤੁਹਾਨੂੰ ਉਹਦੀ ਚੋਟੀ ਫਿਰ ਵੀ ਦਿਖੇਗੀ, ਉਹ ਛਿਪ ਨਹੀਂ ਸਕਦਾ ਮਾਊਂਟੇਨ ਇੰਨਾ ਵੱਡਾ ਹੋ। ਬਾਈਬਲ ਕਹਿੰਦੀ ਕਿ ਤੁਹਾਨੂੰ ਪਰਮੇਸ਼ਰ ਇਸ ਤਰ੍ਹਾਂ ਦਾ ਬਣਾ ਦੇਗਾ, ਇਸ ਤਰ੍ਹਾਂ ਦੀਆਂ ਗਵਾਹੀਆਂ ਖੜੀਆਂ ਕਰੇਗਾ ਕਿ ਛੁਪਾਉਣ ਤੇ ਵੀ ਉਹ ਛਿਪਣਗੀਆਂ ਨਹੀਂ, ਇੰਨੀਆਂ ਵੱਡੀਆਂ ਪਰਮੇਸ਼ਰ ਤੁਹਾਨੂੰ ਐਸਟੈਬਲਿਸ਼ਡ ਕਰੇਗਾ ਇਸ ਵੇ ਦੇ ਵਿੱਚ। लिखा और जो दिया जलाकर पैमाने के नीचे नहीं परंतु दीवट पर रखते हैं। परमेश्वर कहते मैं तेरी लाइफ ਨੂੰ ਇੰਨਾ ਸ਼ਾਈਨ ਕਰੂੰਗਾ ਕਿ ਮੈਂ ਤੈਨੂੰ ਮੁੜ ਕੇ ਛੁਪਾ ਕੇ ਨਹੀਂ, ਸਾਰਿਆਂ ਦੇ ਸਾਹਮਣੇ ਐਕਸਪੋਜ਼ ਕਰੂੰਗਾ, ਫਾਈਨੈਂਸਿਸ ਦੇ ਨਾਲ, ਬਲੈਸਿੰਗਸ ਦੇ ਨਾਲ, ਗਵਾਹੀਆਂ ਦੇ ਨਾਲ ਮੈਂ ਸਾਰਿਆਂ ਦੇ ਸਾਹਮਣੇ ਤੈਨੂੰ ਰੱਖੂੰਗਾ ਤਾਂ ਕਿ ਤੂੰ ਦੂਸਰਿਆਂ ਨੂੰ ਪ੍ਰਕਾਸ਼ ਦੇ ਸਕੇ, ਦੂਸਰਿਆਂ ਨੂੰ ਗਵਾਹੀ ਦੇ ਸਕੇ। ਹਾਲੇਲੂਇਆ। ਪਰਮੇਸ਼ਰ ਬਾਰੇ ਦੱਸ ਸਕੇ ਕਿ ਪਰਮੇਸ਼ਰ ਕਿੰਨਾ ਸਾਮਰਥੀ, ਗਲੋਰੀ ਔਰ ਭਲਾ ਪਰਮੇਸ਼ਰ ਆ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਦੱਸੋ ਆਪਾਂ ਪਰਮੇਸ਼ਰ ਦੀ ਲਾਈਟ ਬਣਨਾ ਆ, ਪਰ ਲਾਈਟ ਕਿੱਦਾਂ ਬਣ ਸਕਦੇ ਹਾਂ? ਖੁਦ ਪਰਮੇਸ਼ਰ ਦੀ ਲਾਈਟ ਨੂੰ ਲੈ ਕੇ, ਪਰਮੇਸ਼ਰ ਦੇ ਵਚਨ ਨੂੰ ਅਨਫੋਲਡ ਕਰਕੇ। ਹਾਲੇਲੂਇਆ। ਤਾਂ ਅਨਫੋਲਡ ਕਿੱਦਾਂ ਕਰਨਾ? ਆਪਣੀਆਂ ਅੱਖਾਂ ਨੂੰ ਚੇਂਜ ਕਰਕੇ ਲਾਈਟ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਸਿੱਧੇ ਤਰੀਕੇ ਦੇ ਨਾਲ ਦੇਖ ਕੇ, ਮੰਨ ਕੇ, ਚੱਲ ਕੇ। ਹਾਲੇਲੂਇਆ। ਬਾਈਬਲ ਕਹਿੰਦੀ ਕਿ तुम मेरी सेवा करोगे, यीशु मसीह ने कहा, तो पिता तुम्हारा आदर करेगा। हालेलुया। प्रेज द लॉर्ड। तो सो सर्वशक्तिमान परमेश्वर जब तुहाडा आदर करेगा तो जबरदस्त आदर करेगा। धन्नवाद आ प्रभु दा। हालेलुया। परमेश्वर तुहानू बरकत देण इस वचन दे विचों इन द नेम ऑफ जीसस। तुहाडे घराणिਆਂ ਨੂੰ ਬਲੈਸ ਕਰਨ और तुसीं सैल्वेशन ਦੇ ਵਿੱਚ ਆਓ, ਤੁਹਾਡੇ ਸਾਰੇ ਰੁਕੇ ਹੋਏ ਕੰਮ ਬਣਨ, ਤੁਹਾਡੇ ਉੱਤੇ ਫੇਵਰ ਆਵੇ। ਪਰਮੇਸ਼ਰ ਤੁਹਾਨੂੰ ਬਰਕਤ ਦੇਣ ਇਸ ਵਚਨ ਦੇ ਨਾਲ, ਔਰ ਸੱਚਮੁੱਚ ਤੁਸੀਂ ਵੀ ਐਕਸਪੀਰੀਅੰਸ ਕਰ ਸਕੋ ਪਰਮੇਸ਼ਰ ਦੇ ਵਚਨ ਨੂੰ ਅਨਫੋਲਡ ਕਰਕੇ, ਉਹਨਾਂ ਬਲੈਸਿੰਗਸ ਨੂੰ ਲੈ ਸਕੋ, ਪਰਮੇਸ਼ਰ ਦੀ ਪਿਓਰ ਲਾਈਟ ਨੂੰ ਲੈ ਸਕੋ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਗੋਡ ਬਲੈਸ ਯੂ ਆਲ। ਆਮੈਨ।
गॉड ब्लेस यू ऑल। आप सेम नहीं है जितने लोग आज पहली बार मुझे देख रहे हैं अपने हाथों को उठाकर। अगर आप जीसस क्राइस्ट को चाहते हैं आपकी लाइफ में, वो काम करें। और याद रखो, प्रभु यीशु मसीह धर्म और जात को बदलने के लिए नहीं, जीवन को बदलने के लिए आए। अपनी आंखों को बंद करके अपने हाथों को उठा के मेरे पीछे बात करें। प्रभु यीशु, मैं पापी हूँ, मुझे माफ़ करें, अपने लहू से मुझे धोएं, अपना बेटा अपनी बेटी बनाएं, मेरे गुनाहों को क्षमा करके मुझे सफ़ेद कर दे बर्फ़ की तरह। आपने कहा था मैं तेरे गुनाहों को जो लाल रंग के भी होंगे माफ़ करके, साफ करके तुझे सफ़ेद कर दूंगा। मुझे स्वीकार करे अपने बेटे अपनी बेटी के रूप में। आप मेरे उद्धार करता है, मैं अपना जीवन आपको देता हूँ यीशु के नाम में, आमीन। आपका स्वागत है खुदाबंद के प्रेजेंस में और उसके परिवार में जितने लोग प्रभु को अपना जीवन दे चुके हैं। याद रखो, जिस तरह एक जितना मर्जी अच्छे परिवार का बच्चा पैदा हो, एक समय पर उसे स्कूल और कॉलेज जाना ज़रूरी है, उसी तरह से आपको आत्मिक स्कूल और कॉलेज और यूनिवर्सिटीज़ में जाना ज़रूरी है। तो अगर आप नया जन्म पा चुके हैं तो आपको जीवित चर्च का हिस्सा बनना ज़रूरी है, ताकि आप वचन को सुन सकें, खुदावंद के बारे में सीख सकें, बाइबल के बारे में सीख सकें, अपनी आत्मिक ज़िंदगी को ब्लेस कर सकें और इन बीमारियों से और शैतानी चीज़ों से छुटकारा पा सकें। और अगर आप खाम्बरा चर्च का हिस्सा बनना चाहते हैं, एड्रेसेस लगातार आपकी स्क्रीन पर फ्लैश होंगे, पंजाब के भी, इंडिया के अलग अलग स्टेट्स के भी, फॉरेन के भी। तो इन चर्चिस का आप हिस्सा बन सकते हैं। गॉड ब्लेस यू ऑल। मेरा बिलीव है आज आप ब्लेस्ड हुए हैं। कल 1 बजे दोपहर और शाम की प्रेयर माउंटेन की प्रेयर में कल आपको इनवाइट करना है। याद रखो, खुदावंद आपको सेम नहीं रहने देगा, कुछ बड़ा आपकी लाइफ में होगा। प्रेयर माउंटेन्स की प्रेयर्स आपको सेम नहीं रहने देंगी। गॉड ब्लेस यू ऑल।